हाँ जी, आज किसकी बायोग्राफी दिखा रही हैं हमें? जरनैल भिंडरावाला शेर। संत जरनैल सिंह भिंडरावाला। हाँ। चलिए देखते हैं उनकी। ਹਨ ਉਦੋਂ ਪਿਆਜ਼ ਲਸਣ ਨਾ ਖਾਣ ਵਾਲਾ ਵੀ ਹਿੰਦੂ ਹੁੰਦਾ ਹੈ ਤੇ ਬੱਕਰੇ ਦੀ ਬਲੀ ਦੇਣ ਵਾਲਾ ਵੀ ਹਿੰਦੂ ਹੁੰਦਾ ਹੈ। ਸਾਰੇ ਪੱਖਾਂ ਵਿੱਚ ਤਾਂ ਉਹ ਰਾਮ ਤੋਂ ਵੀ ਕਿਤੇ ਵੱਧ ਨਿਪੁੰਨ ਸੀ। ਉਹ ਔਰਤਾਂ ਦੀ ਇੱਜ਼ਤ ਕਰਦਾ ਸੀ। ਹਾਂਜੀ, ਸਤਿ ਸ਼੍ਰੀ ਅਕਾਲ ਗੇਮ ਚੇਂਜਰਸ ਸਕਸੈਸ ਦਾ ਰਾਹ ਚੈਨਲ ਤੇ ਆਪ ਸਭ ਦਾ ਜੀ ਆਇਆਂ ਨੂੰ। ਉਹ ਜਗ੍ਹਾ ਜਿੱਥੇ ਸਿੱਖ ਕਮਿਊਨਿਟੀ ਇਨਸਪਾਇਰ ਹੋਣ ਲਈ ਆਉਂਦੀ। ਅੰਗਰੇਜ਼ੀ ਦੀ ਇੱਕ ਬੜੀ ਮਸ਼ਹੂਰ ਕਹਾਵਤ ਹੈ, ਇਫ ਦ ਲਾਇਨ ਹੈਵ ਨੋ ਹਿਸਟੋਰੀਅਨ ਦ ਹਿਸਟੋਰੀ ਵਿਲ ਗਲੋਰੀਫਾਈ ਦ ਹੰਟਰ। ਸ਼ੇਰ ਬਹਾਦਰ ਹੁੰਦਾ ਹੈ, ਉਸ ਦਾ ਸ਼ਿਕਾਰ ਹਮੇਸ਼ਾ ਮਕਾਰੀ ਤੇ ਚਲਾਕੀ ਨਾਲ ਹੀ ਕੀਤਾ ਜਾਂਦਾ ਹੈ, ਪਰ ਫਿਰ ਵੀ ਇਤਿਹਾਸ 'ਚ ਸਿਫਤਾਂ ਹਮੇਸ਼ਾ ਸ਼ਿਕਾਰੀ ਦੀਆਂ ਹੀ ਮਿਲਦੀਆਂ ਹਨ। ਜੇ ਸ਼ੇਰ ਨੇ ਇਤਿਹਾਸ ਦੁਨੀਆ ਦੇ ਸਾਹਮਣੇ ਲਿਆਉਣਾ ਹੈ ਤਾਂ ਉਸ ਨੂੰ ਇਤਿਹਾਸ ਆਪ ਲਿਖਣਾ ਪਊਗਾ। ਸ਼ਿਕਾਰੀ ਤਾਂ ਹਮੇਸ਼ਾ ਆਪਣੀਆਂ ਹੀ ਸਿਫਤਾਂ ਕਰੂਗਾ, ਭਾਵੇਂ ਉਹ ਝੂਠੀਆਂ ਹੀ ਕਿਉਂ ਨਾ ਹੋਣ। ਤੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਨਹੀਂ ਸੰਭਾਲਦੀਆਂ, ਉਹਨਾਂ ਦੇ ਇਤਿਹਾਸ 'ਚ ਹਮੇਸ਼ਾ ਹੀ ਵਿਗਾੜ ਪੈਦਾ ਹੁੰਦਾ ਹੈ। ਤੇ ਸਾਡੇ ਇਤਿਹਾਸ ਨਾਲ ਤਾਂ ਇਹ ਵੱਡੇ ਪੱਧਰ ਤੇ ਹੋਇਆ ਹੈ, ਕਿਉਂਕਿ ਸਿੰਘਾਂ ਨੇ ਤੇਗਾਂ ਦੀ ਨੋਕ ਨਾਲ ਤੇ ਲਹੂ ਦੀ ਸਿਆਹੀ ਨਾਲ ਇਤਿਹਾਸ ਸਿਰਜਿਆ ਤਾਂ ਬਹੁਤ ਹੈ, ਪਰ ਇੰਨੇ ਵਿਪਤਾ ਭਰੇ ਸਮੇਂ 'ਚ ਰਹਿੰਦੇ ਹੋਏ ਉਹਨਾਂ ਨੂੰ ਕਦੀ ਇਤਿਹਾਸ ਲਿਖਣ ਦਾ ਤੇ ਸੰਭਾਲਣ ਦਾ ਮੌਕਾ ਹੀ ਨਹੀਂ ਮਿਲਿਆ। ਸਾਡਾ ਸਾਰਾ ਇਤਿਹਾਸ ਸਾਡੇ ਦੁਸ਼ਮਣਾਂ ਦਾ ਲਿਖਿਆ ਹੋਇਆ ਹੈ, ਜਿਸ ਨੂੰ ਐਡਿਟ ਕਰਕੇ ਅੱਜ ਅਸੀਂ ਸਾਂਭੀ ਬੈਠੇ ਹਾਂ। ਉਂਝ ਤਾਂ ਮੇਰੇ ਹਿਸਾਬ ਨਾਲ ਕੋਈ ਇਦਾਂ ਦਾ ਸਿੱਖ ਯੋਧਾ ਨਹੀਂ ਹੋਣਾ ਜਿਹਦਾ ਇਤਿਹਾਸ ਪੂਰੀ ਇਮਾਨਦਾਰੀ ਨਾਲ ਲਿਖਿਆ ਗਿਆ ਹੋਵੇ। ਪਰ ਅੱਜ ਗੱਲ ਕਰਾਂਗੇ ਆਪਾਂ ਸਿੱਖ ਕੌਮ ਦੇ ਉਸ ਜਰਨੈਲ ਦੀ, ਜਿਸ ਦੀ ਛਵੀ ਨੂੰ ਵਿਗਾੜਨ ਦੀਆਂ ਸ਼ਾਇਦ ਸਭ ਤੋਂ ਵੱਧ ਕੋਸ਼ਿਸ਼ਾਂ ਹੋਈਆਂ ਹਨ। ਹਾਂਜੀ, ਤੁਸੀਂ ਬਿਲਕੁਲ ਠੀਕ ਸੋਚ ਰਹੇ ਹੋ। ਅੱਜ ਆਪਾਂ ਗੱਲ ਕਰਾਂਗੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ, ਜਿਨ੍ਹਾਂ ਆਪਣੇ ਗੁਰੂ ਦੇ ਪ੍ਰਤੀ ਸਮਰਪਣ ਤੇ ਆਪਣੀ ਲੀਡਰਸ਼ਿਪ ਦੇ ਦਮ ਤੇ ਚਮਕੌਰ ਦੀ ਗੜੀ ਦੇ ਇਤਿਹਾਸ ਨੂੰ 1984 ਵਿੱਚ ਇੱਕ ਵਾਰ ਫੇਰ ਸਿਰਜ ਕੇ ਰੱਖ ਦਿੱਤਾ ਸੀ। ਜਿਨ੍ਹਾਂ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੁੱਧ ਕੌਮ ਦੀ ਆਵਾਜ਼ ਨੂੰ ਇੱਕ ਵਾਰ ਫੇਰ ਬੁਲੰਦ ਕੀਤਾ ਸੀ। ਜਿਨ੍ਹਾਂ ਦੀ ਲਾਈ ਸਿੱਖੀ ਦੀ ਜਾਗ ਨੇ ਹਜ਼ਾਰਾਂ ਨੌਜਵਾਨਾਂ ਨੂੰ ਸਿੰਘ ਸੱਜ ਕੇ ਧਰਮ ਯੁੱਧ ਵਿੱਚ ਸ਼ਹੀਦੀਆਂ ਪਾਉਣ ਲਈ ਤਿਆਰ ਕਰ ਦਿੱਤਾ ਸੀ। ਪਰ ਅੱਜ ਹਾਲਾਤ ਇਹੋ ਜਿਹੇ ਹਨ ਕਿ ਦੁਸ਼ਮਣਾਂ ਦੀਆਂ ਲਿਖੀਆਂ ਲਿਖਤਾਂ ਨੇ ਸਾਡੇ ਸਮਾਜ ਦੀ ਸੋਚ ਤੇ ਇੰਨੀ ਕਸੂਤੀ ਚੋਟ ਮਾਰੀ ਹੈ ਕਿ ਅੱਜ ਕਾਫੀ ਗਿਣਤੀ ਵਿੱਚ ਸਿੱਖ ਸੰਗਤਾਂ ਹੀ 84 ਛੋਏ ਘੱਲੂ ਘਰੇ ਲਈ ਭਿੰਡਰਾਂਵਾਲਾ ਜੀ ਨੂੰ ਜ਼ਿੰਮੇਵਾਰ ਮੰਨਦੀਆਂ ਹਨ। ਕਿਵੇਂ ਦੁਸ਼ਮਣ ਨੇ ਸਾਡੀ ਸੋਚ ਬਦਲੀ ਤੇ ਆਪਣੇ ਹੱਕ ਮੰਗਣ ਵਾਲੇ ਇੱਕ ਯੋਧੇ ਨੂੰ ਅੱਤਵਾਦੀ ਬਣਾ ਦਿੱਤਾ ਗਿਆ, ਜਾਣਾਂਗੇ ਇਹ ਸਭ ਇਸ ਵੀਡੀਓ ਵਿੱਚ। ਪਰ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ, ਕਿਉਂਕਿ ਸਾਡਾ ਇਤਿਹਾਸ ਹੀ ਸਾਡੀ ਪਛਾਣ ਹੈ, ਇਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਸ਼ੁਰੂਆਤ ਕਰੀਏ ਸੰਤਾਂ ਦੇ ਮੁੱਢਲੇ ਜੀਵਨ ਤੋਂ, ਤਾਂ ਉਹਨਾਂ ਦਾ ਜਨਮ 12 ਫਰਵਰੀ 1947 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੌਂਦੇ ਵਿਖੇ ਸਰਦਾਰ ਜੋਗਿੰਦਰ ਸਿੰਘ ਜੀ ਦੇ ਘਰ ਇੱਕ ਆਮ ਜ਼ਿਮੀਂਦਾਰ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਦੀ ਮਾਤਾ ਜੀ ਦਾ ਨਾਮ ਬੀਬੀ ਨਿਹਾਲ ਕੌਰ ਸੀ ਤੇ ਉਹ ਆਪਣੇ ਪਿਤਾ ਦੇ 2 ਵਿਆਹਾਂ ਤੋਂ ਹੋਏ 7 ਭੈਣ ਭਰਾਵਾਂ ਚੋਂ ਸਭ ਤੋਂ ਛੋਟੇ ਸਨ। ਦਮਦਮੀ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦਾ ਉਹਨਾਂ ਦੇ ਪਰਿਵਾਰ ਨਾਲ ਕਾਫੀ ਨੇੜਲਾ ਸੰਬੰਧ ਸੀ। ਇੱਕ ਦਿਨ ਗੁਰਬਚਨ ਸਿੰਘ ਜੀ ਜਰਨੈਲ ਜੀ ਨੂੰ ਟਕਸਾਲ 'ਚ ਪੱਕੀ ਭਰਤੀ ਲਈ ਆਪਣੇ ਨਾਲ ਲੈ ਆਏ। ਨਿਤਨੇਮ ਤਾਂ ਜਰਨੈਲ ਜੀ ਪਹਿਲਾਂ ਹੀ ਕਰਦੇ ਸਨ। ਇੱਥੇ ਆ ਕੇ ਉਹਨਾਂ ਨੂੰ ਗੁਰਬਾਣੀ ਦੀ ਇਹੋ ਜਿਹੀ ਜਾਗ ਲੱਗੀ ਕਿ ਉਹ ਪੂਰਾ ਦਿਨ ਭਗਤੀ ਵਿੱਚ ਲੀਨ ਰਹਿਣ ਲੱਗ ਪਏ ਤੇ ਗਿਆਨੀ ਗੁਰਬਚਨ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸਰਵਸਹਿਮਤੀ ਨਾਲ ਉਹਨਾਂ ਨੂੰ ਦਮਦਮੀ ਟਕਸਾਲ ਦਾ ਮੁਖੀ ਚੁਣ ਲਿਆ ਗਿਆ। ਸੰਤ ਜੀ ਦਾ ਵਿਆਹ ਬੀਬੀ ਪ੍ਰੀਤਮ ਕੌਰ ਜੀ ਨਾਲ ਹੋਇਆ ਸੀ ਤੇ ਇਹਨਾਂ ਦੇ 2 ਪੁੱਤਰ ਸਨ, ਸਰਦਾਰ ਈਸ਼ਵਰ ਸਿੰਘ ਜੀ ਤੇ ਸਰਦਾਰ ਇੰਦਰਜੀਤ ਸਿੰਘ ਜੀ। ਸੰਤਾਂ ਦੀ ਸ਼ਖਸੀਅਤ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਸੀ। ਉਹਨਾਂ ਦਾ ਗੁਰਬਾਣੀ ਦੀਆਂ ਉਦਾਹਰਨਾਂ ਦੇ ਨਾਲ ਠੇਠ ਪੰਜਾਬੀ 'ਚ ਦਿੱਤਾ ਭਾਸ਼ਣ ਸੰਗਤਾਂ ਨੂੰ ਕੀਲ ਕੇ ਰੱਖ ਦਿੰਦਾ ਸੀ। ਉਹਨਾਂ ਨੂੰ ਹਰ ਇੱਕ ਵਾਕਿਫ ਦਾ ਨਾਮ ਤੇ ਹਰ ਜ਼ਰੂਰੀ ਤਰੀਕ ਜ਼ੁਬਾਨੀ ਯਾਦ ਰਹਿੰਦੀ ਸੀ। ਭਿੰਡਰਾਂਵਾਲਾ ਜੀ ਦੇ ਇੱਕ ਵਾਰ ਕਹਿਣ ਪਰ ਤੇ ਪੱਕੇ ਨਸ਼ੇੜੀ ਵੀ ਨਸ਼ੇ ਛੱਡ ਕੇ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਂਦੇ ਸਨ। ਆਓ ਉਹਨਾਂ ਦੀ ਸ਼ਖਸੀਅਤ ਨੂੰ ਦਰਸਾਉਂਦਾ ਇੱਕ ਜ਼ੋਰਦਾਰ ਕਿੱਸਾ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ। ਜਦੋਂ ਦਰਬਾਰ ਸਾਹਿਬ ਨੂੰ ਫੌਜਾਂ ਨੇ ਘੇਰਾ ਪਾ ਲਿਆ ਤਾਂ ਸੰਤ ਜੀ ਨੂੰ ਲਾਲਚ ਦੇ ਕੇ ਗ੍ਰਿਫਤਾਰ ਕਰਾਉਣ ਲਈ ਫੌਜੀ ਅਫਸਰਾਂ ਦੀ 14 ਮੈਂਬਰੀ ਕਮੇਟੀ ਅੰਦਰ ਭੇਜੀ ਗਈ। ਇਹ ਫੌਜ ਦੇ ਅਫਸਰ ਜਦੋਂ ਸੰਤ ਭਿੰਡਰਾਂਵਾਲਾ ਜੀ ਨੂੰ ਮਿਲਣ ਅੰਦਰ ਗਏ ਤੇ ਉਹਨਾਂ ਨਾਲ ਫੇਸ ਟੂ ਫੇਸ ਗੱਲਾਂ ਕੀਤੀਆਂ ਤਾਂ ਉਹ ਇੰਨੇ ਜ਼ਬਰਦਸਤ ਤਰੀਕੇ ਨਾਲ ਸੰਤਾਂ ਦੇ ਪ੍ਰਭਾਵ ਹੇਠਾਂ ਆ ਗਏ ਕਿ ਮੁੜ ਕੇ ਬਾਹਰ ਹੀ ਨਹੀਂ ਆਏ। ਤੇ ਫਿਰ ਉਹਨਾਂ ਸਿੰਘਾਂ ਨਾਲ ਮੋਢਾ ਜੋੜ ਕੇ ਇਸ ਧਰਮ ਯੁੱਧ ਵਿੱਚ ਜ਼ਾਲਮਾਂ ਦੇ ਨਾਲ ਲੜਦੇ ਹੋਏ ਸ਼ਹੀਦੀਆਂ ਪਾਈਆਂ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਲੀਡਰ ਇੰਨੇ ਸਨ ਕਿ ਵੱਡੇ ਤੋਂ ਵੱਡੇ ਲੀਡਰ ਵੀ ਜੇ ਗੁਰੂ ਘਰ ਬਾਰੇ ਕੋਈ ਵੱਧ ਘੱਟ ਸ਼ਬਦ ਬੋਲ ਦਿੰਦੇ ਤਾਂ ਉਹ ਭਰੀ ਸਭਾ ਵਿੱਚ ਉਹਨਾਂ ਨੂੰ ਟੋਕਣ ਦਾ ਦਮ ਰੱਖਦੇ ਸਨ। ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ। ਇੱਕ ਵਾਰ ਜਦੋਂ ਦਰਬਾਰ ਸਾਹਿਬ ਆਏ ਤਾਂ ਉਹਨਾਂ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗਤੋ, ਤੁਹਾਡੀ ਤਰ੍ਹਾਂ ਮੈਂ ਵੀ ਇਸ ਗੁਰੂ ਘਰ ਦਾ ਸ਼ਰਧਾਲੂ ਹਾਂ।
ਤੁਸੀਂ ਇਸ ਗੁਰੂ ਘਰ ਲਈ ਜਾਂ ਅਕਾਲ ਤਖਤ ਸਾਹਿਬ ਲਈ ਮੇਰੇ ਤੋਂ ਜੋ ਚਾਹੋ ਮੰਗ ਸਕਦੇ ਹੋ। ਇਸ ਦਾ ਜਵਾਬ ਦਿੰਦਿਆਂ ਉਸੇ ਭਰੀ ਸਭਾ ਵਿੱਚ ਸੰਤਾਂ ਨੇ ਬਾਦਲ ਨੂੰ ਕਿਹਾ ਕਿ ਇਹ ਸ੍ਰੀ ਗੁਰੂ ਰਾਮਦਾਸ ਜੀ ਦਾ ਦਰਬਾਰ ਹੈ, ਇੱਥੇ ਦਾਤਾ ਲੈਣ ਆਈਦਾ ਹੈ, ਦੇਣ ਨਹੀਂ। ਜੇ ਬਾਦਲ ਸਾਹਿਬ ਨੂੰ ਆਪ ਨੂੰ ਜਾਂ ਸਰਕਾਰ ਨੂੰ ਕੁਝ ਚਾਹੀਦਾ ਹੈ ਤਾਂ ਤੁਸੀਂ ਮੰਗ ਲਓ। ਅਕਾਲ ਪੁਰਖ ਸਾਹਿਬ ਇੱਥੇ ਆਏ ਹਰ ਮੰਗਤੇ ਦੀ ਤਰ੍ਹਾਂ ਤੁਹਾਡੀ ਵੀ ਮੰਗ ਜ਼ਰੂਰ ਪੂਰੀ ਕਰਨਗੇ। ਸ਼ਿਵ ਸੈਨਾ ਹੈੱਡ ਬਾਲ ਠਾਕਰੇ, ਜਿਨ੍ਹਾਂ ਦਾ ਦਬਦਬਾ ਮੁੰਬਈ 'ਚ ਇੰਨਾ ਮੰਨਿਆ ਜਾਂਦਾ ਸੀ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਮੁੰਬਈ 'ਚ ਇੱਕ ਪੱਤਾ ਵੀ ਨਹੀਂ ਹਿਲਦਾ ਸੀ, ਉਹਦੀ ਮਰਜ਼ੀ ਨਾਲ ਹੀ ਮਹਾਰਾਸ਼ਟਰ 'ਚ ਸਰਕਾਰਾਂ ਬਣਦੀਆਂ ਤੇ ਚੱਲਦੀਆਂ ਸਨ। ਬੇਸ਼ੱਕ ਰਾਜਨੀਤੀ ਵਿੱਚ ਉਹ ਕਾਂਗਰਸ ਦੀ ਵਿਪੱਖ ਧਿਰ ਵਿੱਚ ਸਨ, ਪਰ ਹਿੰਦੂਵਾਦ ਨੂੰ ਸਮਰਥਨ ਕਰਦਿਆਂ ਜਦੋਂ 1982 ਵਿੱਚ ਠਾਕਰੇ ਨੇ ਸੰਤ ਭਿੰਡਰਾਂਵਾਲਾ ਜੀ ਨੂੰ ਚੈਲੰਜ ਕੀਤਾ ਕਿ ਆਪਣੇ ਘਰ ਵਿੱਚ ਤਾਂ ਹਰ ਕੋਈ ਸ਼ੇਰ ਹੁੰਦਾ ਹੈ, ਜੇ ਹਿੰਮਤ ਹੈ ਤਾਂ ਮੁੰਬਈ ਵਿੱਚ ਪੈਰ ਧਰ ਕੇ ਦਿਖਾ, ਫਿਰ ਦੇਖਾਂਗੇ ਤੇਰੀ ਦਲੇਰੀ। ਸੰਤ ਜੀ ਨੇ ਇਹ ਚੈਲੰਜ ਐਕਸੈਪਟ ਕੀਤਾ ਤੇ ਆਪਣੇ ਕਾਫਲੇ ਸਮੇਤ ਮੁੰਬਈ ਪਹੁੰਚ ਗਏ। ਉੱਥੇ ਦਾਦਰ ਸਥਿਤ ਗੁਰਦੁਆਰਾ ਸਾਹਿਬ ਪਹੁੰਚ ਕੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਮੈਂ ਮੁੰਬਈ ਆ ਚੁੱਕਿਆ ਹਾਂ ਤੇ ਕੱਲ ਨੂੰ ਮੁੰਬਈ ਦੀਆਂ ਸੜਕਾਂ ਤੇ ਇਕੱਲਾ ਘੁੰਮੂੰਗਾ, ਜੇ ਮੇਰਾ ਕੋਈ ਕੁਝ ਵਿਗਾੜ ਸਕਦਾ ਹੈ ਤਾਂ ਵਿਗਾੜ ਲਵੇ। ਸੰਤ ਜੀ ਲਗਭਗ 12 ਦਿਨਾਂ ਤੱਕ ਮੁੰਬਈ ਵਿੱਚ ਰਹੇ, ਪਰ ਇਹਨਾਂ 12 ਦਿਨਾਂ ਤੱਕ ਮੁੰਬਈ 'ਚ ਹੀ ਹੋਣ ਦੇ ਬਾਵਜੂਦ ਨਾ ਤਾਂ ਠਾਕਰੇ ਸੋਸ਼ਲੀ ਕਿਸੇ ਦੇ ਸਾਹਮਣੇ ਆਏ ਤੇ ਨਾ ਹੀ ਉਹਨਾਂ ਨੇ ਮੀਡੀਆ ਵਿੱਚ ਕੋਈ ਬਿਆਨ ਜਾਰੀ ਕੀਤਾ। ਪਿਛਲੇ ਵੀਡੀਓ ਵਿੱਚ ਆਪਾਂ ਦੇਖਿਆ ਕਿ ਕਿਸੇ ਵੀ ਕੌਮ ਨੂੰ ਖਤਮ ਕਰਨ ਦੇ ਮੁੱਖ 3 ਤਰੀਕੇ ਹੁੰਦੇ ਹਨ, ਜਿਨ੍ਹਾਂ 'ਚੋਂ ਸਭ ਤੋਂ ਖਤਰਨਾਕ ਸੀ ਬ੍ਰਹਮਨੈਸਟਿਕ ਫਿਨੋਮੀਨਾ। ਇਸ ਨੂੰ ਸਭ ਤੋਂ ਖਤਰਨਾਕ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਬਾਕੀ ਦੋਨਾਂ ਤਰੀਕਿਆਂ 'ਚ ਦੁਸ਼ਮਣ ਸਾਹਮਣੇ ਡਾਇਰੈਕਟ ਵਾਰ ਕਰਦਾ ਹੈ ਤੇ ਜੇ ਕੌਮ ਜਾਗਰੂਕ ਹੁੰਦੀ ਹੈ ਤਾਂ ਉਹ ਸਾਹਮਣੇ ਇਕਜੁੱਟ ਹੋ ਜਾਂਦੀ ਹੈ। ਪਰ ਇਸ ਬ੍ਰਾਹਮਣਵਾਦ ਦੇ ਫਿਨੋਮੀਨਾ ਦੀ ਖਾਸ ਗੱਲ ਇਹ ਹੈ ਕਿ ਇਹ ਸਾਹਮਣੇ ਡਾਇਰੈਕਟ ਹਮਲਾ ਕਰਨ ਦੇ ਨਾਲ-ਨਾਲ ਵਿਪੱਖੀ ਧਿਰ ਦਾ ਮੋਹ ਭੰਗ ਕਰਨ ਲਈ ਉਸ ਦੇ ਨਾਇਕ ਨੂੰ ਖਲਨਾਇਕ ਤੇ ਖਲਨਾਇਕ ਨੂੰ ਨਾਇਕ ਬਣਾਉਣ ਵਿੱਚ ਵੀ ਮਾਹਿਰ ਹੈ। ਇਤਿਹਾਸ ਵਿੱਚ ਝਾਤ ਮਾਰੀਏ ਤਾਂ ਮਹਾਰਿਸ਼ੀ ਵਾਲਮੀਕੀ ਦੀ ਰਮਾਇਣ ਰਾਮ ਨੂੰ ਬਸ ਇੱਕ ਇਨਸਾਫ ਪਸੰਦ ਤੇ ਅਸੂਲਾਂ ਦੇ ਪੱਕੇ ਰਾਜੇ ਦੇ ਰੂਪ ਵਿੱਚ ਪੇਸ਼ ਕਰਦੀ ਹੈ, ਪਰ ਜਦੋਂ ਕਾਸ਼ੀ ਬਨਾਰਸ ਦੇ ਬ੍ਰਹਮਨੈਸਟਿਕ ਸਕੂਲ ਆਫ ਥਾਟਸ ਦਾ ਲਿਖਾਰੀ ਤੁਲਸੀਦਾਸ ਜਨਮ ਲੈਂਦਾ ਹੈ ਤਾਂ ਰਾਮਚਰਿਤਰ ਮਾਨਸ ਵਿੱਚ ਰਾਮ ਨੂੰ ਅਕਾਲ ਬੋਧਕ ਕਹਿ ਕੇ ਸੰਬੋਧਿਤ ਕਰਦਾ ਹੈ ਤੇ ਠੀਕ ਉਹਦੇ ਨਾਲ-ਨਾਲ ਰਾਵਣ ਨੂੰ ਅਸੁਰ, ਹੰਕਾਰੀ ਤੇ ਜ਼ਾਲਮ ਰਾਜੇ ਦੇ ਰੂਪ ਵਿੱਚ ਪੇਸ਼ ਕਰਕੇ ਕਈ ਹਜ਼ਾਰ ਸਾਲਾਂ ਤੱਕ ਉਸ ਦੇ ਪੁਤਲੇ ਸਾੜ ਕੇ ਤੇ ਹੋਰ ਵੱਖ-ਵੱਖ ਤਰੀਕਿਆਂ ਨਾਲ ਉਸ ਦੀ ਸ਼ਖਸੀਅਤ ਨੂੰ ਭੰਡਿਆ ਜਾਂਦਾ ਹੈ। ਪਰ ਇੰਨੇ ਲੰਮੇ ਸਮੇਂ ਤੱਕ ਹੋ ਰਹੀ ਰਾਵਣ ਦੀ ਨਿੰਦਾ ਕਾਰਨ ਦੱਖਣੀ ਵਿਦਵਾਨਾਂ ਦੇ ਮਨ ਵਿੱਚ ਇੱਕ ਚੇਤਨਤਾ ਜਨਮ ਲੈਂਦੀ ਹੈ ਤੇ ਫਿਰ ਜਦੋਂ ਰਾਵਣ ਦੇ ਜੀਵਨ ਤੇ ਉਸ ਦੀ ਰਾਜ ਪ੍ਰਣਾਲੀ ਤੇ ਖੋਜਾਂ ਕਰਦੇ ਹਨ ਤਾਂ ਰਿਜ਼ਲਟ ਦੇ ਰੂਪ ਵਿੱਚ ਕਿਤਾਬਾਂ ਲਿਖੀਆਂ ਜਾਂਦੀਆਂ ਹਨ। ਮਹਾਤਮਾ ਰਾਵਣ, ਰੇਬਲ ਆਫ ਰਾਮਾ, ਲੰਕੇਸ਼ਵਰ ਤੇ ਬੈਸਟ ਸੈਲਿੰਗ ਬੁੱਕ ਅਸੁਰਾ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਰਾਵਣ ਦੀ ਸ਼ਖਸੀਅਤ ਨੂੰ ਕਿਸ ਤਰ੍ਹਾਂ ਸਾਜ਼ਸ਼ੀ ਢੰਗ ਨਾਲ ਬਦਲ ਦਿੱਤਾ ਗਿਆ। ਉਹਦੇ ਵਰਗਾ ਵਿਦਵਾਨ, ਯੋਧਾ, ਤਪਸਵੀ ਤੇ ਦਾਨੀ ਤਾਂ ਸ਼ਾਇਦ ਹੀ ਦੂਸਰਾ ਕੋਈ ਹੋਇਆ ਹੋਣਾ। ਈਵਨ ਬਹੁਤ ਸਾਰੇ ਪੱਖਾਂ ਵਿੱਚ ਤਾਂ ਉਹ ਰਾਮ ਤੋਂ ਵੀ ਕਿਤੇ ਵੱਧ ਨਿਪੁੰਨ ਸੀ। ਉਹ ਔਰਤਾਂ ਦੀ ਇੱਜ਼ਤ ਕਰਦਾ ਸੀ। ਆਪਣੀ ਭੈਣ ਦੀ ਬੇਅਦਬੀ ਦਾ ਬਦਲਾ ਲੈਣ ਲਈ ਉਹ ਸੀਤਾ ਦਾ ਹਰਨ ਤਾਂ ਕਰਦਾ ਹੈ, ਪਰ ਉਸ ਨਾਲ ਜ਼ਬਰਦਸਤੀ ਨਹੀਂ ਕਰਦਾ, ਉਸ ਦੀ ਇੱਜ਼ਤ ਤੇ ਆਂਚ ਨਹੀਂ ਆਉਣ ਦਿੰਦਾ। ਹਾਲਾਂਕਿ ਸੀਤਾ ਵੀ ਸਿਰਫ ਤੇ ਸਿਰਫ ਆਪਣੇ ਪਤੀ ਨੂੰ ਹੀ ਸਮਰਪਿਤ ਸੀ, ਪਰ ਜੇ ਰਾਵਣ ਦੀ ਨੀਅਤ ਵਿੱਚ ਹੀ ਬੇਈਮਾਨੀ ਹੁੰਦੀ ਤਾਂ ਸੀਤਾ ਅਗਨੀ ਪ੍ਰੀਖਿਆ ਕਿਵੇਂ ਪਾਸ ਕਰ ਸਕਦੀ ਸੀ। ਤੇ ਹਜ਼ਾਰਾਂ ਸਾਲਾਂ ਬਾਅਦ ਅੱਜ ਸਾਨੂੰ ਵੀ ਬਿਲਕੁਲ ਇਸੇ ਨੀਤੀ ਨਾਲ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 84 'ਚ ਹੋਏ ਜਨਤਕ ਕਤਲੇਆਮ ਦੀ ਖਲਨਾਇਕ ਨੂੰ RSS ਆਪਣੀ ਮਾਸਿਕ ਮੈਗਜ਼ੀਨ ਵਿੱਚ ਦੇਵੀ ਦੁਰਗਾ ਕਹਿ ਕੇ ਸੰਬੋਧਿਤ ਕਰਦਾ ਹੈ। ਬੇਸ਼ੱਕ RSS ਤੇ ਸ਼ਿਵ ਸੈਨਾ ਦੋਵੇਂ ਰਾਜਨੀਤਿਕ ਤੌਰ ਤੇ ਵੱਖ-ਵੱਖ ਧਿਰਾਂ ਹਨ, ਪਰ ਹਿੰਦੂਤਵ ਦੇ ਨਾਮ ਤੇ ਇਹ ਸਾਰੇ ਇਕਮਤ ਹੋ ਜਾਂਦੇ ਹਨ। ਉਸ ਸਮੇਂ ਆਪਸੀ ਸਾਰੇ ਵੱਖਵਾਦ ਇਗਨੋਰ ਕਰ ਦਿੱਤੇ ਜਾਂਦੇ ਹਨ। ਉਦੋਂ ਪਿਆਜ਼ ਲਸਣ ਨਾ ਖਾਣ ਵਾਲਾ ਵੀ ਹਿੰਦੂ ਹੁੰਦਾ ਹੈ ਤੇ ਬੱਕਰੇ ਦੀ ਬਲੀ ਦੇਣ ਵਾਲਾ ਵੀ ਹਿੰਦੂ ਹੁੰਦਾ ਹੈ। ਜਦ ਕਿ ਅਸੀਂ ਇਕਮਤ ਹੋਣ ਲੱਗਿਆਂ ਸਵਾਲ ਕਰਦੇ ਹਾਂ ਕਿ ਨਿਤਨੇਮ 'ਚ 5 ਬਾਣੀਆਂ ਪੜ੍ਹਦੇ ਹੋ ਜਾਂ 7, ਦਸਮ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਜਾਂ ਨਹੀਂ। ਇੱਥੋਂ ਤੱਕ ਕਿ ਇਹ ਵੀ ਪੁੱਛ ਲਿਆ ਜਾਂਦਾ ਹੈ ਕਿ ਅੰਮ੍ਰਿਤ ਕਿਹੜਾ ਛਕਿਆ ਤੁਸੀਂ। ਸਾਡੇ 'ਚ ਸਮੂਹਿਕ ਚੇਤਨਤਾ ਦੀ ਕਮੀ ਸਾਫ਼ ਦਿਖਾਈ ਦਿੰਦੀ ਹੈ। ਨਾਇਕ ਬਣਾਉਣ ਦੇ ਨਾਲ-ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਖਲਨਾਇਕ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੁੰਦੀ ਹੈ। ਸਟੇਟ ਸਪਾਂਸਰ ਕਿਤਾਬਾਂ ਵਿੱਚ ਉਹਨਾਂ ਦਾ ਰੂਪ ਬਦਲਣਾ ਸ਼ੁਰੂ ਕੀਤਾ ਜਾਂਦਾ ਹੈ। ਮੀਡੀਆ ਨੂੰ ਵੀ ਪਿੱਛੇ-ਪਿੱਛੇ ਉਸੇ ਰਾਹ ਤੇ ਤੋਰ ਦਿੱਤਾ ਜਾਂਦਾ ਹੈ। ਪੰਜਾਬ ਦੇ ਹੱਕ ਦੀਆਂ ਮੰਗਾਂ ਨੂੰ ਫਿਰਕਾ ਪ੍ਰਸਤੀ ਦਾ ਬੈਨਰ ਲਾ ਕੇ ਪੇਸ਼ ਕੀਤਾ ਜਾਂਦਾ ਹੈ। ਆਪਣੀ ਬਾਇਓਗ੍ਰਾਫੀ ਵਿੱਚ ਅਡਵਾਣੀ ਸੰਤ ਜੀ ਨੂੰ ਮਹਿਖਾਸੁਰ ਰਾਖਸ਼ ਕਹਿ ਕੇ ਸੰਬੋਧਿਤ ਕਰਦਾ ਹੈ। ਨਾਇਕ ਨੂੰ ਖਲਨਾਇਕ ਬਣਾਉਣ ਦੀ ਇਸ ਪ੍ਰਵਿਰਤੀ ਨੂੰ ਇੰਨੇ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾਂਦਾ ਹੈ ਕਿ ਆਮ ਜਨਤਾ ਜਿਹੜੀ ਸੋਚਦੀ ਹੈ ਕਿ ਕਿਤਾਬਾਂ 'ਚ ਲਿਖਿਆ ਜਾਂ ਖਬਰਾਂ 'ਚ ਦਿਖਾਇਆ ਗਿਆ ਥੋੜ੍ਹੀ ਝੂਠ ਹੋ ਸਕਦਾ ਹੈ, ਉਹ ਸਿੱਖ ਲੋਕ ਵੀ ਇੰਨੇ ਜ਼ੋਰਦਾਰ ਰੂਪ ਨਾਲ ਇਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦੇ ਹਨ ਕਿ ਉਹ ਆਪਣੇ ਹੱਕਾਂ ਲਈ ਜੂਝਣ ਵਾਲੇ ਸੂਰਮੇ ਨੂੰ ਹੀ ਆਪਣਾ ਦੁਸ਼ਮਣ ਮੰਨਣ ਲੱਗ ਪੈਂਦੇ ਹਨ। ਇੱਥੇ ਇੱਕ ਹੋਰ ਜ਼ਰੂਰੀ ਗੱਲ ਮੈਨੂੰ ਯਾਦ ਆਈ
ਕਿ ਜ਼ਿਆਦਾਤਰ ਸਿੱਖ ਜਿਹੜੇ 84 ਦੇ ਹਮਲੇ ਸਰਕਾਰ ਦੀ ਵਕਾਲਤ ਕਰਦੇ ਹਨ, ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਚਲੋ ਪਾਣੀ ਦੀ ਮੰਗ ਵੀ ਠੀਕ ਸੀ, ਮੰਗਾਂ ਸਾਰੀਆਂ ਹੀ ਠੀਕ ਸੀ, ਪਰ ਜਿਸ ਜਗ੍ਹਾ ਤੇ ਸੰਗਤ ਰੱਬ ਨੂੰ ਮਿਲਣ, ਸ਼ਾਂਤੀ ਪ੍ਰਾਪਤ ਕਰਨ ਲਈ ਜਾਂਦੀ ਹੈ, ਉੱਥੇ ਹਥਿਆਰ ਲੈ ਕੇ ਨਹੀਂ ਸੀ ਜਾਣਾ ਚਾਹੀਦਾ। ਪਰ ਮੈਨੂੰ ਲੱਗਦਾ ਹੈ ਕਿ ਫਿਰ ਉਹਨਾਂ ਨੇ ਸਿੱਖ ਹੋਣ ਦੇ ਬਾਵਜੂਦ ਵੀ ਸਿੱਖ ਧਰਮ ਦੇ ਬੇਸਿਕ ਰੂਲਸ ਨੂੰ ਹੀ ਨਹੀਂ ਸਮਝਿਆ। ਹਥਿਆਰ ਰੱਖਣਾ ਤਾਂ ਸਾਡੀ ਕੌਮ ਦੀ ਮਰਿਆਦਾ ਦੇ ਸਭ ਤੋਂ ਪਹਿਲੇ ਹੁਕਮਾਂ 'ਚੋਂ ਇੱਕ ਹੈ। ਇਹ ਤਾਂ ਸਾਡੇ 5 ਕਕਾਰਾਂ 'ਚ ਸ਼ਾਮਿਲ ਹੈ ਜੋ ਆਖਰੀ ਸਾਹ ਤੱਕ ਸਾਡੇ ਨਾਲ ਜਾਂਦਾ ਹੈ, ਤੇ ਇਹ ਕੋਈ ਜਨੇਊ ਦੀ ਤਰ੍ਹਾਂ ਬਸ ਗਲ 'ਚ ਲਮਕਾਈ ਰੱਖਣ ਵਾਲਾ ਕਰਮਕਾਂਡ ਨਹੀਂ ਹੈ। ਇਹ ਜ਼ਬਰ ਤੇ ਜ਼ੁਲਮ ਦੇ ਖਿਲਾਫ ਵਰਤੋਂ ਕਰਨ ਲਈ ਰੱਖਿਆ ਜਾਂਦਾ ਹੈ, ਤੇ ਜੇ ਸਮੇਂ ਦੇ ਹਿਸਾਬ ਨਾਲ ਦੁਸ਼ਮਣ ਦੇ ਹਥਿਆਰ ਅਪਡੇਟ ਹੋਏ ਤਾਂ ਸਾਨੂੰ ਵੀ ਤਾਂ ਹੋਣਾ ਹੀ ਪੈਣਾ ਸੀ। ਹੁਣ ਤੋਪਾਂ ਤੇ ਟੈਂਕਾਂ ਦਾ ਮੁਕਾਬਲਾ ਤਲਵਾਰਾਂ ਨਾਲ ਤਾਂ ਨਹੀਂ ਕੀਤਾ ਜਾ ਸਕਦਾ। ਤੇ ਇਸ ਤੋਂ ਇਲਾਵਾ ਸਿੱਖ ਮਰਿਆਦਾ ਵਿੱਚ ਧਰਮ ਤੇ ਰਾਜਨੀਤੀ ਦੋਹਾਂ ਦਾ ਕੇਂਦਰ ਗੁਰੂ ਘਰ ਨੂੰ ਹੀ ਮੰਨਿਆ ਗਿਆ ਹੈ, ਪਰ ਇਹ ਹੈ ਦੋਵੇਂ ਅੱਡ-ਅੱਡ। ਆਪਾਂ ਰੋਜ਼ ਅਰਦਾਸ ਵਿੱਚ ਪੜ੍ਹਦੇ ਹਾਂ ਕਿ 5 ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇ ਦੁਨੀਆ ਦੇ ਕਿਸੇ ਵੀ ਰਾਜ ਨੂੰ ਚੁਣੌਤੀ ਆਪਣੇ ਰਾਜ ਦੇ ਤਖਤ ਦੇ ਕੇਂਦਰ ਤੋਂ ਹੀ ਦਿੱਤੀ ਜਾ ਸਕਦੀ ਹੈ। ਇਸੇ ਲਈ ਸੰਤਾਂ ਨੇ ਸਰਕਾਰ ਦੇ ਜ਼ਾਲਮ ਰਾਜ ਨੂੰ ਵਿਗਾੜਨ ਲਈ ਅਕਾਲ ਤਖਤ ਸਾਹਿਬ ਨੂੰ ਹੀ ਚੁਣਿਆ। ਪਰ ਜਿਸ ਤਰ੍ਹਾਂ ਪਿਛਲੇ ਕੁਝ ਸਾਲਾਂ ਤੋਂ ਸਿਰਫ ਇੱਕੋ ਧਰ ਸੰਤ ਜੀ ਦਾ ਵਿਰੋਧ ਕਰ ਰਹੀ ਹੈ, ਉਸਨੇ ਸਿੱਖਾਂ ਦੇ ਮਨ ਵਿੱਚ ਵੀ ਇੱਕ ਚੇਤਨਤਾ ਨੂੰ ਜਨਮ ਦਿੱਤਾ ਹੈ। ਉਹ ਗੱਲ ਅੱਡ ਹੈ ਕਿ ਇਹ ਚੇਤਨਤਾ ਹਜੇ ਬਸ ਨਾਅਰੇਬਾਜ਼ੀ ਕਰਨ ਤੇ ਜ਼ੁਬਾਨੀ ਜੰਗ ਤੱਕ ਹੀ ਸੀਮਿਤ ਹੈ। ਪਰ ਹਜੇ ਤੱਕ ਸਿੱਖਾਂ ਨੇ ਰਾਵਣ ਦੀ ਤਰ੍ਹਾਂ ਸੰਤ ਜੀ ਦੇ ਜੀਵਨ ਦਾ ਬਹੁ-ਦਿਸ਼ਾਈ ਚਿੰਤਨ ਨਹੀਂ ਕੀਤਾ, ਤਾਂ ਕਿ ਉਹਨਾਂ ਦੀ ਮਹਾਨਤਾ ਦਾ ਵਿਸ਼ਾਲ ਦਾਇਰਾ ਵੀ ਲੋਕਾਂ ਦੇ ਸਾਹਮਣੇ ਆ ਸਕੇ, ਤੇ ਘੱਟੋ ਘੱਟ ਸਾਡੇ ਸਿੱਖ ਤਾਂ ਉਹਨਾਂ ਦੀ ਵਿਚਾਰਧਾਰਾ ਨੂੰ, ਉਹਨਾਂ ਦੇ ਬਲੀਦਾਨ ਨੂੰ ਸਮਝ ਸਕਣ। ਪਰ ਇਹ ਮੁਕਾਮ ਹਜੇ ਮਿਲ ये क्या अचानक एकदम से कैसे खत्म हो गई? ये तो पूरी नहीं है क्या इसका जगह? मुझे लगता है उन्होंने या तो पहले कोई पार्ट बनाया हुआ है या इसके बाद भी बनाया हुआ है। एक यहाँ पे लिखा तो आ रहा है पार्ट 1, अब वो 1984 का नाम से है, हाँ, तो भिंडरावाला भी नाम उन्होंने आपस में बाद में रखा हुआ है। बाहर असल चेक कर लेंगे वाकयात वो, हाँ उसमें होंगे, शायद हो हाँ, सकता है, क्योंकि अब इसमें 84 के बाद क्या लेकिन इसमें भी ख़त्म अचानक ही कर दिया, बात करते करते एकदम से बीच में ख़त्म कर दिया, या तो कोई फंबल हो गया होगा उनसे या कुछ तरह की चीज़ उन्होंने एडिटिंग में इस तरह से कर दिया। लेकिन बहरहाल हम भी अब कोशिश करेंगे, क्योंकि आइडिया नहीं था कि पहले कौन सा बाद में कौन सा है, ये अब नाम इस तरह से लिखे हुए हैं उन्होंने, तो चल वो भी देख लेंगे, हाँ, या वो पार्ट बाद में देख लेंगे। फिर उनकी सारी जिंदगी का वो पता एक चीज़ मुझे अच्छी लगी है इसके अंदर, वो वाकई सही बात है, अक्सर ज़हन में आया तो है ये भी एक पॉइंट, लेकिन कभी ज़्यादातर कभी बात नहीं हो सकी इस बारे में। लेकिन वाकई कृपान बेसिकली एक सिंबल है उस ज़माने के हिसाब से, वो यानी जाहिर कि है, हाँ बंदूकों हाँ और तोपों के मुकाबले में कृपान से तो लड़ाई नहीं हो सकती। हाँ, तो वो अब अगर सेल्फ डिफेंस के लिए एक चीज़ है ना, वो आपने हाँ, रखनी ही है, अगर आप रख सकते हैं तो वो अब आजकल के दौर में तो वो गन्स होंगी, जाहिर है, वो जो ज़्यादा यानी कि अक्लमंदी या कम से कम जो सोच हमें बताती है वो तो यही है कि अपडेट करें अब आप अपने आप को। अगर आगे से अगर आप कृपान रखी हुई है आपने, अब आजकल के दौर में वो ऑटोमेटिक गन्स आ गई हैं, वो भी बिल्कुल छोटी सी कॉम्पैक्ट सी, वो आगे टर करके मार देगा आपको, आप कृपान पकड़ के क्या कर लेंगे। इसलिए ये तो बड़ा एक अच्छी बात स्ट्रेट फॉरवर्ड सी चीज़ है, आप अपने हिसाब से सोच सकते हैं कि राम आप भी अपडेट करें अपने आप को। यानी उनकी भिंडरावाला की इतनी दहशत थी कि जो बहुत वो था हमने रिसेंटली हालांकि फिल्म देखी है, फिल्म में भी इस तरह से ही उन्होंने दिखाया हुआ था कि वो पूरा उनकी वाकई कितनी उन्होंने दहशत थी उस बंदे हाँ की। पूरा लॉकडाउन वो हम्म, करके रखते थे, हाँ, वो जो मुंबई है हाँ। तो वो अगले बाबरी फिर मस्जिद पे भी उन्होंने बहुत ज़्यादा वो किया था, उनका रोल था, और इस पे भी उनका अमल दखल बहुत ज़्यादा रहा है। इसका मतलब है ये गोल्डन टेम्पल पे जो हमला हुआ, बाल ठाकरे जो थे, नहीं, लेकिन अगले गए हैं जाके उन्होंने हाँ, पूरा बाल ठाकरे को घर में बिठा दिया, 12 दिन फिरते रहे और वो बाहर नहीं निकला, उसने कोई बयान नहीं दिया इतने दिनों में। हालांकि उस बंदे के तो बड़े वो बयान चलते थे। ये है कि भिंडरावाला इसका मतलब बड़ी छोटी उम्र में ही चले गए हैं सारे वाकयात के बाद, कि 47 में पैदा हुए हैं, 47 अब तक से 72 के होते हैं जिंदा होते हैं। चलिए वो दूसरे पार्ट भी देखेंगे, चेक और करते दूसरी हैं, हाँ। डॉक्यूमेंट्रीज भी चेक करेंगे इनकी हाँ जिंदगी पे जो बनी हुई है। बहरहाल अगर किसी को पता हो कि कोई अच्छी किसी ने देखी हो पहले ही, तो उसका लिंक भेजें। हाँ कोई लिंक भेज दें हमें, हम वो भी बना देंगे। बहरहाल अभी के लिए ये देखें और बताएं कैसी लगी। मिलते हैं अगली वीडियो में, तब तक के लिए अपना ख्याल रखें, दुआ में याद रखें। रब रखा। अल्लाह हाफ़िज़।